जास गुण गावत ताको नाम हिये मों तर रे। पावन नाम जगत में हर को सिमर सिमर कसमल सब हर रे। मानस दे बहर नह पावै कछु उपाओ मुक्त का कर रे। नानक कहत गाए करुणा मैं भव सागर कै पार उतर रे। मानस दे बहर नह पावै कछु उपाओ मुक्त का कर रे। नानक कहत गाए करुणा मैं भव सागर कै पार उतर रे। वाहिगुरु जी का खालसा वाहिगुरु जी की फतेह। परम सन्मान योग चवर छत्र तख्त दे मालक हाजरा हजूर जहर जहूर सर्ब कला भरपूर समर्थ सतगुरु गुरु ग्रंथ साहिब सच्चे पातशाह जियां दी पावन पवित्र मुकद्दस हजूरी विच जुड़ बैठ ਅਤੇ टीवी माध्यम दे राही अपने घरां विच बैठ करके पावन अस्थान गुरुद्वारा बाबा जोरावर सिंह बाबा फतेह सिंह फतेह नगर नवी दिल्ली तो सिद्धे प्रसारण द्वारा सतगुरां दी पवित्र बाणी आसा दी वार दा कीर्तन सरवण करके अपने जीवन दियां अमोलक घड़ियां नूं सफला बना रहे गुरु सवारियो सतगुरां दी महान किरपालता दे सदका गुरु के चरनां विच जुड़ बैठण दा इस भागा समा मिलिया है। आओ इस समय दा होर लाहा लईए पवित्र बाणी दी चल रही लड़ीवार शब्द विचार दे नाल अपनियां मन बिरतियां नूं जोड़िए। आओ साध संगत जिस पावन शब्द दा पाठ आप जी ने सरवण कीता है पावन शब्द दी विचार आरंभण तो पहला सारियां संगतां कृपा करो गुरु के चरनां विच सीस झुकाउंदियां अपनियां ते दास दियां हाजरियां लवाओ। सारे ही रसना पवित्र करो जी। सतनाम श्री वाहिगुरु सतनाम श्री वाहिगुरु। साध संत गौड़ी राग दे अंदर नौवें पातशाह धन धन श्री गुरु तेग बहादुर साहब महाराज सतगुरां दे पवित्र शब्दां दी विचार लड़ीवार चल रही है। अज गौड़ी राग दे अंदर
ਹਜੂਰ ਦੇ ਜਿਹੜੇ 9 ਸ਼ਬਦ ਸਨ ਉਹਨਾਂ ਦੇ ਵਿੱਚੋਂ ਸਭ ਤੋਂ ਅਖੀਰਲਾ ਸ਼ਬਦ ਜਿਹੜਾ ਹੈ ਉਹਦੀ ਵਿਚਾਰ ਅੱਜ ਆਪਾਂ ਸਾਂਝੀ ਕਰਨੀ ਹੈ। ਗੌੜੀ ਮਹਲਾ 9ਵਾਂ। ਨਰ ਅਚੇਤ ਪਾਪ ਤੇ ਡਰ ਰੇ, ਦੀਨ ਦਿਆਲ ਸਗਲ ਭੈ ਭੰਜਨ, ਸ਼ਰਨ ਤਾਹੇ ਤੁਮ ਪਰ ਰੇ। ਰਹਾਓ। ਇਸ ਪਾਵਨ ਸ਼ਬਦ ਦੇ ਅੰਦਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਮਨੁੱਖ ਨੂੰ ਸਮਝਾਉਂਦੇ ਨੇ, ਸੁਚੇਤ ਕਰਦੇ ਨੇ। ਉਹ ਮਨੁੱਖ ਜਿਹੜਾ ਪਰਮੇਸ਼ਰ ਨੂੰ ਵਿਸਾਰ ਕੇ ਤੇ ਪਾਪਾਂ ਦੀ ਦੁਨੀਆ ਦੇ ਵਿੱਚ ਖਚਤ ਹੋ ਚੁੱਕਾ ਹੈ। ਆਪਾਂ ਰੋਜ਼ ਹੀ ਇਹ ਵਚਨ ਪੜ੍ਹਦੇ ਆ, ਜਿੱਥੇ ਅਸੰਖਾਂ ਲੋਕ ਜਪ ਤਪ ਤੇ ਭਜਨ ਬੰਦਗੀ ਵਿੱਚ ਲੱਗੇ ਨੇ, ਉੱਥੇ ਗੁਰੂ ਨਾਨਕ ਸਾਹਿਬ ਕਹਿੰਦੇ ਅਸੰਖਾਂ ਹੀ ਐਸੇ ਲੋਕ ਨੇ ਜਿਹੜੇ ਪਾਪ ਕਰਮਾਂ ਵਿੱਚ ਰੁੱਝੇ ਹੋਏ ਨੇ। ਜਪ ਬਾਣੀ ਦੇ ਵਿੱਚ ਆਪਾਂ ਰੋਜ਼ਾਨਾ ਸਰਵਣ ਕਰਦੇ ਆਂ, ਅਸੰਖ ਜਪ ਅਸੰਖ ਭਾਉ, ਅਸੰਖ ਪੂਜਾ, ਅਸੰਖ ਤਪ ਤਾਉ। ਇਹਨਾਂ ਦੀ ਗਿਣਤੀ ਵੀ ਅਸੰਖਾਂ ਦੇ ਵਿੱਚ ਹੈ। ਤੇ ਇਸ ਤੋਂ ਅਗਲੀ ਪੌੜੀ ਜਦੋਂ ਆਪਾਂ ਪੜ੍ਹਦੇ ਆ, ਉੱਥੇ ਮਹਾਰਾਜ ਕਹਿੰਦੇ ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਗਲ ਵੱਡ ਹੱਤਿਆ ਕਮਾਹੇ, ਅਸੰਖ ਪਾਪੀ ਪਾਪ ਕਰ ਜਾਹੇ। ਕਹਿੰਦੇ ਅਸੰਖਾਂ ਹੀ ਬੰਦੇ ਪਾਪ ਕਰਮਾਂ ਵਿੱਚ ਲੱਗੇ ਹੋਏ ਨੇ। ਤੇ ਸਤਿਗੁਰੂ ਸੁਚੇਤ ਕਰ ਰਹੇ ਨੇ। ਕੀ ਕਹਿੰਦੇ ਮਹਾਰਾਜ? ਨਰ ਅਚੇਤ। ਅਚੇਤ ਕਹਿੰਦੇ ਗਾਫਲ ਬੰਦਾ। ਨਰ ਅਚੇਤ ਪਾਪ ਤੇ ਡਰ ਰੇ। ਘੇ ਗਾਫਲ ਮਨੁੱਖ ਪਾਪ ਤੋਂ ਬਚ। ਪਾਪ ਤੋਂ ਡਰਨ ਤੋਂ ਭਾਵ ਹੈ ਪਾਪ ਕਰਮਾਂ ਤੋਂ ਬਚਣਾ। ਤੇ ਸਾਧ ਸੰਗਤ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਪਾਪ ਕਰਮ ਅਸਲ ਵਿੱਚ ਹੈ ਕੀ, ਇਹਦਾ ਵੀ ਅੱਜ ਨਿਰਣਾ ਕਰਨਾ ਅਤੀ ਜ਼ਰੂਰੀ ਹੈ। ਕਿਉਂਕਿ ਜਿਸ ਕੰਮ ਨੂੰ ਅਸੀਂ ਪਾਪ ਸਮਝਦੇ ਹਾਂ, ਹੋ ਸਕਦਾ ਉਹਨੂੰ ਕੋਈ ਪੁੰਨ ਸਮਝ ਰਿਹਾ ਹੋਵੇ। ਜਿਸ ਤਰ੍ਹਾਂ ਇਸਲਾਮ ਦੇ ਅੰਦਰ ਈਦ ਬਕਰੀਦ ਤੇ ਬੱਕਰੇ ਵੱਢ ਕੇ ਬਲੀ ਦਿੱਤੀ ਜਾਂਦੀ ਹੈ। ਉਹ ਇਸ ਕੰਮ ਨੂੰ ਬੜਾ ਹੀ ਪਵਿੱਤਰ ਕੰਮ ਸਮਝਦੇ ਨੇ, ਪਾਪ ਨਹੀਂ ਕਹਿੰਦੇ ਉਹ। ਪਰ ਦੂਜੇ ਪਾਸੇ ਜੈਨੀ ਲੋਕ ਉਹ ਇੱਕ ਕੀੜੀ ਮਰਨ ਨੂੰ ਹੀ ਪਾਪ ਗਿਣਦੇ ਨੇ, ਵੀ ਜੇ ਸਾਡੇ ਦੁਆਰਾ ਕੋਈ ਕੀੜੀ ਵੀ ਮਰ ਗਈ ਤੇ ਪਾਪ ਹੋ ਜਾਏਗਾ। ਹੁਣ ਇੱਕ ਪਾਸੇ ਜਿਸ ਨੂੰ ਪੁੰਨ ਦੱਸਿਆ ਜਾ ਰਿਹਾ, ਦੂਜੇ ਪਾਸੇ ਉਸੇ ਕਰਮ ਨੂੰ ਪਾਪ ਕਿਹਾ ਜਾ ਰਿਹਾ ਹੈ। ਇਸ ਕਰਕੇ ਪਾਪ ਅਪੁੰਨ ਦਾ ਜਿਹੜਾ ਫੈਸਲਾ ਹੈ ਨਾ, ਨਵੇੜਾ ਕਰਨਾ, ਇਹ ਬੜੀ ਕਠਿਨ ਬਾਤ ਹੈ। ਜੇ ਵੱਖ-ਵੱਖ ਧਰਮਾਂ ਦੇ ਵਿੱਚ ਆਪਾਂ ਪੜਾਂਗੇ ਕਿ ਪਾਪ ਕਰਮ ਕਿਹਨੂੰ ਕਹਿੰਦੇ ਨੇ, ਤੇ ਵੱਖ-ਵੱਖ ਧਰਮਾਂ ਨੇ ਵੱਖਰੀ ਵੱਖਰੀ ਵਿਆਖਿਆ ਇਹਦੀ ਕੀਤੀ ਹੈ। ਜਦੋਂ ਆਪਾਂ ਈਸਾਈਅਤ ਦੇ ਗ੍ਰੰਥ ਪੜਾਂਗੇ, ਇਸਲਾਮ ਦੇ ਗ੍ਰੰਥ ਪੜਾਂਗੇ, ਤਾਂ ਉਹਨਾਂ ਦੇ ਵਿੱਚ ਜਿਹੜੀ ਵਿਆਖਿਆ ਇਸ ਤਰ੍ਹਾਂ ਦੀ ਮਿਲਦੀ ਹੈ ਕਿ ਜਿਸ ਵੇਲੇ ਪਰਮੇਸ਼ਰ ਨੇ ਮਨੁੱਖ ਨੂੰ ਪੈਦਾ ਕੀਤਾ, ਤਾਂ ਉਸ ਵੇਲੇ ਇਬਲੀਸ ਨੂੰ ਆਖਿਆ ਕਿ ਤੂੰ ਇਸ ਮਨੁੱਖ ਨੂੰ ਮੱਥਾ ਟੇਕ। ਇਬਲੀਸ ਬੜਾ ਸਿਆਣਾ ਸੀ। ਉਹ ਕਹਿੰਦਾ ਪ੍ਰਮਾਤਮਾ ਤੂੰ ਨੂਰੀ ਹੈ, ਇਹ ਮਨੁੱਖ ਖਾਕੀ ਹੈ, ਇਹ ਮਨੁੱਖ ਨਾਸ਼ਵਾਨ ਹੈ, ਇਸ ਕਰਕੇ ਮੈਂ ਇਹਨੂੰ ਮੱਥਾ ਨਹੀਂ ਟੇਕ ਸਕਦਾ। ਤੈਨੂੰ ਤੇ ਮੱਥਾ ਟੇਕਾਂਗਾ, ਪਰ ਤੇਰੀ ਬਣਾਈ ਕਿਰਤ ਨੂੰ ਨਹੀਂ ਮੱਥਾ ਟੇਕਣਾ। ਕਹਿੰਦੇ ਪਰਮੇਸ਼ਰ ਗੌਡ ਗੁੱਸੇ ਹੋ ਗਿਆ ਤੇ ਉਹਨੇ ਇਬਲੀਸ ਨੂੰ ਆਪਣੇ ਘਰ ਤੋਂ ਬਾਹਰ ਕੱਢ ਦਿੱਤਾ। ਜਦੋਂ ਬਾਹਰ ਕੱਢਿਆ ਤੇ ਉਹ ਫਿਰ ਸ਼ੈਤਾਨ ਦਾ ਰੂਪ ਧਾਰਨ ਕਰ ਗਿਆ। ਉਹ ਸ਼ੈਤਾਨ ਬਣ ਕੇ ਮਨੁੱਖ ਨੂੰ ਬਦੀਆਂ ਵਾਲੇ ਪਾਸੇ ਉਕਸਾਉਣ ਲੱਗ ਪਿਆ।
इस तरह की व्याख्या इन्हां धर्मां विच कीती गई कि कोई शैतान है जिहड़ा मनुख कोलों माड़े काम करवाउंदा है, पर साध संगत गुरमत ने इस गल नूं प्रमाण नहीं कीता। महाराज ने बाणी में समझाया कि मनुख जिहड़ा है वो किसी शैतान की प्रेरणा नाल माड़े काम नहीं कर रहा, सगों पंज विकार इहदे अंदर बैठे ने उन्हां दे अधीन हो के माड़े कर्म करदा है। बचन आपां पढ़दे हां, पाप करें पंचां के बस रे, काम क्रोध लोभ मोह हंकार दे वस हो के पाप करदा है। हुण पाप कर्म है कि इहनूं समझण वास्ते बड़ा सौखा नुकता है। जिस काम नूं करिया साडी आत्मा बलवान होवे, साडे मन नूं सुकून मिले, सुख मिले, वो कर्म जिहड़ा है पुण्य है। ते जिस काम नूं करन तों बाद असीं आत्मिक तौर ते कमजोर हो जाइए, सानूं शर्मिंदगी होवे ते कीता होया कर्म छुपाउणा पवे, वो हमेशा पाप कर्म हुंदा है। पाप ਜਿਹੜਾ ਕੰਮ ਦੁਨੀਆ ਤੋਂ ਲੁਕਾ ਕੇ ਕੀਤਾ ਜਾਏ, ਝੂਠ ਬੋਲ ਕੇ ਕੀਤਾ ਜਾਏ, ਜਿਹੜਾ ਕੰਮ ਕਰਨ ਤੋਂ ਬਾਅਦ ਸ਼ਰਮਿੰਦਗੀ ਮਹਿਸੂਸ ਹੋਵੇ, ਉਹ ਕਰਮ ਜਿਹੜਾ ਪਾਪ। ਤੇ ਸਤਿਗੁਰੂ ਨੇ ਰਹਿਮਤ ਕੀਤੀ, ਇਹੋ ਜਿਹੇ ਕਰਮਾਂ ਤੋਂ ਸਾਨੂੰ ਸੁਚੇਤ ਕੀਤਾ। ਭਗਤ ਕਬੀਰ ਸਾਹਿਬ ਜੀ ਨੇ ਬੜਾ ਪਿਆਰਾ ਨਿਰਣਾ ਕੀਤਾ ਕਿ ਪਾਪ ਕਿੱਥੇ ਪੈਦਾ ਹੁੰਦਾ ਹੈ, परमेश्वर का वासा किथे है। कबीर साहब दे बड़े प्यारे वचन ने, कबीरा जहां ज्ञान तहां धर्म है। हुण वेखो धर्म का संबंध जिहड़ा ज्ञान दे नाल है। जिथे अज्ञानता है उत्थे धर्म नहीं। अज्ञानता नूं असीं धर्म का नाम देवांगे पर गलत है। अज्ञानता विच कीते होए कर्म भरम हुंदे ने, धर्म नहीं। कबीरा जहां ज्ञान तहां धर्म है, जहां झूठ तहां पाप। कहंदे जिथे झूठ आ गया समझो उत्थे पाप है। तुसीं कोई काम कीता ते जे चार बंदे तुहानूं पुछण भी की कीता, तुसीं झूठ बोलो, उस काम दी सच्चाई ना दस सको, शर्मिंदे होवो, ਤਾਂ ਯਕੀਨ ਜਾਣਿਓ ਕੋਈ ਪਾਪ ਕਰਮ ਹੀ ਹੋਏਗਾ। ਹੁਣ ਮਹਾਭਾਰਤ ਗ੍ਰੰਥ ਦੇ ਅੰਦਰ ਪਾਪ ਦੀ ਵਿਆਖਿਆ ਕੀਤੀ ਹੈ ਕਿ ਪਾਪ ਕਰਮ ਕੀ ਹੈ। ਕਹਿੰਦੇ ਚੋਰੀ, ਦੁਰਾਚਾਰੀ, ਕਿਸੇ ਦੇ ਨਾਲ ਵਾਅਦਾ ਕਰਕੇ ਵਾਅਦੇ ਖਿਲਾਫੀ ਕਰਨੀ, ਸ਼ਰਾਬ ਮਦਰਾ ਦਾ ਸੇਵਨ ਕਰਨਾ, ਇਹਨਾਂ ਕਰਮਾਂ ਨੂੰ ਪਾਪ ਕਰਮ ਦੱਸਿਆ। ਸਿਮਰਤੀਆਂ ਦੇ ਵਿੱਚ ਵੀ ਗੁਰੂ ਦੀ ਇਸਤਰੀ ਭੋਗਣੀ, ਵਿਚਾਰੀ ਹੋ ਜਾਣਾ, ਬ੍ਰਾਹਮਣ ਦੀ ਹੱਤਿਆ ਕਰ ਦੇਣੀ, ਇਹੋ ਜਿਹੇ ਕਰਮਾਂ ਨੂੰ ਪਾਪ ਕਰਮ ਦੱਸਿਆ। ਹੁਣ ਗੁਰਮਤ ਦੇ ਵਿੱਚ ਕੀ ਹੈ? ਕੇਸਾਂ ਦੀ ਬੇਅਦਬੀ ਕਰਨੀ ਹੈ, ਗੁਰਮਤ ਨੇ ਪਾਪ ਕਰਮ ਮੰਨਿਆ ਰਹਿਤਨਾਮਿਆਂ ਦੇ ਵਿੱਚ। ਨਸ਼ੇ ਦਾ ਸੇਵਨ ਕਰਨਾ, ਵਿਚਾਰੀ ਹੋਣਾ, ਚੋਰੀ ਕਰਨੀ, ਇਹ ਕਰਮਾਂ ਨੂੰ ਪਾਪ ਕਰਮ ਦੱਸਿਆ ਗਿਆ ਹੈ। ਇਸੇ ਤਰ੍ਹਾਂ ਮਾੜੇ ਬੋਲ ਬੋਲ ਕੇ ਕਿਸੇ ਦਾ ਹਿਰਦਾ ਦੁਖਾਉਣਾ, ਇਹ ਵੀ ਪਾਪ ਕਰਮ ਹੈ। ਇਸੇ ਤਰ੍ਹਾਂ ਕੰਨਿਆਂ ਦੀ ਹੱਤਿਆ ਕਰ ਦੇਣੀ ਪਾਪ ਕਰਮ ਹੈ। ਕੁੜੀ ਮਾਰ ਸ਼ਬਦ ਜਿਹੜਾ ਹੈ ਇਹ ਰਹਿਤ ਮਰਿਆਦਾ ਵਿੱਚ ਦਰਜ ਕੀਤਾ ਗਿਆ ਕਿ ਉਹ ਬਹੁਤ ਵੱਡਾ ਪਾਪੀ ਬੰਦਾ ਹੈ ਜਿਹੜਾ ਜੰਮਦੀਆਂ ਬੱਚੀਆਂ ਨੂੰ ਮਾਰਦਾ ਤੇ ਜੰਮਣ ਤੋਂ ਪਹਿਲਾਂ ਹੀ ਮਾਰ ਦਿੰਦਾ ਹੈ। ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ गुरु रामदास पातशाह बचन ने, काहे पूत झगरत हो संग बाप, जिनके जने बडीरे तुम हो तिन स्यों झगरत पाप। बिना गल्लों मां प्यो नाल झगड़ा करी जाना, इनों भी पाप कर्म आख्या बाणी ने। ते भगत कबीर साहब जी ने यह फैसला दे दिता, कहंदे जिथे ज्ञान है उत्थे धर्म है, जहां झूठ तहां पाप। जिथे झूठ आ गया समझो उत्थे पाप है। फिर नाल कहंदे ने जहां लोभ तहां काल है। हुण जिथे लोभ आ गया, झूठ आ गया,
ਉੱਥੇ ਪੁੰਨ ਦੀ ਤੇ ਗੱਲ ਫਿਰ ਹੋ ਹੀ ਨਹੀਂ ਸਕਦੀ, ਉੱਥੇ ਪਾਪ ਹੀ ਪਾਪ ਹੋਏਗਾ। ਜਹਾਂ ਖਿਮਾ ਤਹਾਂ ਆਪ, ਜਿੱਥੇ ਖਿਮਾ ਆ ਗਈ, ਨਿਮਰਤਾ ਆ ਗਈ, ਉੱਥੇ ਪਰਮੇਸ਼ਰ ਦਾ ਵਾਸਾ ਹੈ। ਤੇ ਮਹਾਰਾਜ ਕਿਰਪਾ ਕਰਦੇ ਪਾਪ ਕਰੇ ਪੰਚਾਂ ਕੇ ਬਸ ਰੇ। ਕਹਿੰਦੇ ਪੰਜ ਵਿਕਾਰਾਂ ਦੇ ਅਧੀਨ ਹੋ ਕੇ ਬੰਦਾ ਪਾਪ ਕਰਮ ਕਰਦਾ ਹੈ। ਸਭ ਤੋਂ ਪਹਿਲੀ ਹੈ ਕਾਮ। ਕਾਮ ਦੇ ਅਧੀਨ ਹੋ ਕੇ ਲੋਕ ਪਾਪ ਕਰਮ ਕਰਦੇ ਵਿਭਚਾਰੀ ਬਣ ਜਾਂਦੇ ਨੇ। ਤੇ ਵਿਭਚਾਰ ਨੂੰ ਪਰ ਇਸਤਰੀ ਪਰ ਪੁਰਸ਼ ਦਾ ਸੰਗ ਕਰਨਾ, ਇਹਨੂੰ ਸਾਰੇ ਹੀ ਧਰਮਾਂ ਵਿੱਚ ਬਹੁਤ ਵੱਡਾ ਪਾਪ ਮੰਨਿਆ ਗਿਆ ਹੈ। ਤੇ ਗੁਰਮਤਿ ਰਹਿਤ ਮਰਿਆਦਾ ਦੇ ਅੰਦਰ ਪਰ ਇਸਤਰੀ ਪਰ ਪੁਰਸ਼ ਦੇ ਸੰਗ ਨੂੰ ਬੱਜਰ ਪ੍ਰਹਿਤ ਵਿੱਚ ਸ਼ਾਮਲ ਕੀਤਾ ਗਿਆ ਕਿ ਜਿਹੜਾ ਬੰਦਾ ਇਹ ਪਾਪ ਕਰਮ ਕਰੇਗਾ ਉਹ ਸਿੱਖੀ ਤੋਂ ਖਾਰਜ ਹੋ ਜਾਏਗਾ, ਪਤਿਤ ਗਿਣਿਆ ਜਾਏਗਾ। ਇਹਨੂੰ ਸਾਰੇ ਹੀ ਧਰਮ ਗ੍ਰੰਥਾਂ ਦੇ ਅੰਦਰ ਬਹੁਤ ਵੱਡਾ ਪਾਪ ਮੰਨਿਆ ਹੈ। ਹੁਣ ਮਨੁੱਖ ਕਾਮ ਵਾਸ਼ਨਾ ਦੇ ਅਧੀਨ ਹੋ ਕੇ ਕਈ ਤਰ੍ਹਾਂ ਦੇ ਪਾਪ ਕਰਮ ਕਰਦਾ ਏ, ਵਿਭਚਾਰ ਕਰਦਾ, ਬਲਾਤਕਾਰੀ ਬਣ ਜਾਂਦਾ ਹੈ। ਤੇ ਹੁਣ ਤੁਸੀਂ ਸਾਰੇ ਜਾਣਦੇ ਹੋ ਕਿ ਵਿਭਚਾਰੀ ਮਨੁੱਖ ਜਿਹੜਾ ਏ ਉਹ ਜਦੋਂ ਵਿਭਚਾਰ ਕਰਦਾ ਏ ਤੇ ਦੁਨੀਆ ਤੋਂ ਲੁਕਾ ਕੇ ਕਰਦਾ, ਕਹਿੰਦਾ ਪਤਾ ਨਾ ਲੱਗੇ ਕਿਸੇ ਨੂੰ। ਮਹਾਰਾਜ ਬਾਣੀ ਵਿੱਚ ਸਮਝਾਉਂਦੇ ਨੇ, ਦੇ ਕਿਵਾੜ ਅਨਕ ਪੜਦੇ ਮੈਂ ਪਰਦਾਰਾ ਸੰਗ ਫਾਕੈ। ਕਹਿੰਦੇ ਬਹੁਤ ਪਰਦਿਆਂ ਦੇ ਪਿੱਛੇ ਦਰਵਾਜ਼ੇ ਬੰਦ ਕਰਕੇ ਬਹੁਤ ਗੁਪਤ ਢੰਗ ਦੇ ਨਾਲ ਇਹ ਸੋਚਦਾ ਮੈਂ ਇਹ ਪਾਪ ਕਰਮ ਕਰਾਂ, ਵਿਕਾਰ ਕਮਾਵਾਂ ਤੇ ਦੁਨੀਆ ਨੂੰ ਪਤਾ ਹੀ ਨਾ ਲੱਗੇ। ਦੇ ਕਿਵਾੜ ਅਨਕ ਪੜਦੇ ਮੈਂ ਪਰਦਾਰਾ ਸੰਗ ਫਾਕੈ। ਚਿੱਤਰ ਗੁਪਤ ਜਬ ਲੇਖਾ ਮੰਗੈ ਤਬ ਕੌਣ ਪੜਦਾ ਤੇਰਾ ਢਾਕੈ। ਕਹਿੰਦੇ ਪਰ ਇਹ ਕੀਤੇ ਹੋਏ ਪਾਪ ਇੱਕ ਦਿਨ ਸਾਹਮਣੇ ਆ ਹੀ ਜਾਣੇ ਨੇ। ਇਹ ਕੀਤੇ ਹੋਏ ਪਾਪ ਬਹੁਤੀ ਦੇਰ ਛੁਪਦੇ ਨਹੀਂ। ਭਗਤ ਕਬੀਰ ਸਾਹਿਬ ਕਹਿੰਦੇ, ਕਬੀਰ ਜੇਤੇ ਪਾਪ ਕੀਏ ਰੱਖੈ ਤਲੇ ਦੁਰਾਏ। ਕਹਿੰਦੇ ਬੰਦਾ ਪਾਪ ਕਰਮ ਕਰਕੇ ਕਹਿੰਦਾ ਕਿਸੇ ਨੂੰ ਪਤਾ ਨਾ ਲੱਗੇ, ਇਹ ਮੈਂ ਛੁਪਾ ਕੇ ਰੱਖਾਂ। ਤੇ ਇੱਕ ਪਾਪ ਕਰਮ ਕੀਤਾ ਉਹਨੂੰ ਛੁਪਾਉਣ ਵਾਸਤੇ ਨਾਲ ਕਈ ਹੋਰ ਪਾਪ ਕਰੀ ਜਾਂਦਾ ਹੈ। ਪੰਜਾਬ ਦੀ ਧਰਤੀ ਤੇ ਪਿਛਲੇਰੇ ਸਮੇਂ ਪੁਲਿਸ ਦਾ ਇੱਕ ਮੁਖੀ ਰਿਹਾ, ਬਹੁਤ ਵੱਡਾ ਅਫਸਰ। ਅੱਜ ਵੇਖੋ ਕਿਵੇਂ ਭੱਜਿਆ ਫਿਰਦਾ, ਉਹ ਭਗੌੜਾ ਹੋ ਗਿਆ। ਕਾਨੂੰਨ ਦੇ ਸ਼ਿਕੰਜੇ ਤੋਂ ਬਚਣਾ ਚਾਹੁੰਦਾ, ਪਰ ਸਾਧ ਸੰਗਤ ਜਿਸ ਵੇਲੇ ਉਹ ਪੁਲਿਸ ਦਾ ਵੱਡਾ ਅਫਸਰ ਸੀ, ਉਹਨੇ ਸੈਂਕੜੇ ਬੇਗੁਨਾਹ ਲੋਕਾਂ ਨੂੰ ਮਾਰਿਆ। ਪਾਪ ਕੀਤੇ ਬਹੁਤ ਜ਼ਿਆਦਾ, ਹੱਤਿਆਵਾਂ ਕੀਤੀਆਂ। ਅੱਜ ਉਹ ਪਾਪ ਉਹਨੂੰ ਡਰਾ ਰਹੇ ਨੇ। ਉਹ ਭੱਜਣ ਦਾ ਤੇ ਬਚਣ ਦਾ ਯਤਨ ਕਰ ਰਿਹਾ ਹੈ, ਪਰ ਜਿਉਂ-ਜਿਉਂ ਭੱਜਦਾ ਹੈ ਤਿਉਂ-ਤਿਉਂ ਉਹਦੇ ਪਾਪ ਦੀਆਂ ਪਰਤਾਂ ਖੁੱਲ-ਖੁੱਲ ਕੇ ਸਾਹਮਣੇ ਆ ਰਹੀਆਂ ਨੇ। ਉਹਦੇ ਤੋਂ ਸਤਾਏ ਹੋਏ ਲੋਕ ਅੱਜ ਮੀਡੀਆ ਦੇ ਵਿੱਚ ਆ ਕੇ ਰੌਲਾ ਪਾ ਰਹੇ ਨੇ ਕਿ ਇਹਨੇ ਸਾਡੇ ਤੇ ਵੀ ਜ਼ੁਲਮ ਢਾਇਆ ਹੈ, ਸਾਡੇ ਤੇ ਵੀ, ਸਾਡੇ ਬੱਚਿਆਂ ਨੂੰ ਵੀ ਕੋਹ-ਕੋਹ ਕੇ ਮਾਰਿਆ। ਹੁਣ ਪਾਪ ਬੜੇ ਕੀਤੇ ਪਰ ਛੁਪਦੇ ਨਹੀਂ ਸਾਧ ਸੰਗਤ। ਕਬੀਰ ਸਾਹਿਬ ਕਹਿੰਦੇ, ਜੇਤੇ ਪਾਪ ਕੀਏ ਰਾਖੈ ਤਲੇ ਦੁਰਾਏ। ਪ੍ਰਗਟ ਭਏ ਨਿਦਾਨ ਸਭ ਜਦ ਪੁੱਛੇ ਧਰਮ ਰਾਏ। ਕਹਿੰਦੇ ਓੜਕ ਨੂੰ ਸਾਰੀਆਂ ਚੀਜ਼ਾਂ ਜਗ ਜ਼ਾਹਰ ਹੋ ਜਾਣੀਆਂ ਨੇ, ਸਾਰੇ ਪਾਪ ਦੁਨੀਆ ਦੇ ਸਾਹਮਣੇ ਆ ਜਾਣੇ ਨੇ। ਭਾਵੇਂ ਬਹੁਤ ਯਤਨ ਕਰਦਾ ਰਿਹਾ ਕਿ ਪਤਾ ਨਾ ਲੱਗੇ ਕਿਸੇ ਨੂੰ। ਇੱਕ ਪਾਪ ਨੂੰ ਛੁਪਾਉਣ ਵਾਸਤੇ ਇੱਕ ਹੋਰ ਪਾਪ ਕੀਤਾ, ਇੱਕ ਬੰਦੇ ਦਾ ਕਤਲ ਕੀਤਾ। ਤੇ ਕਿਸੇ ਗਵਾਹ ਨੇ, ਚਸ਼ਮਦੀਦ ਨੇ ਵੇਖ ਲਿਆ। ਉਹ ਚਸ਼ਮਦੀਦ ਗਵਾਹ ਨੂੰ ਖਤਮ ਕਰ ਦਿੱਤਾ ਕਿ ਉਹ ਜਿਉਂਦਾ ਰਹਿ ਗਿਆ ਤੇ ਮੇਰੇ ਪਾਪ ਦਾ ਪਰਦਾ ਖੁੱਲ ਜਾਏਗਾ। ਉਹਨੂੰ ਵੀ ਮਾਰ ਦਿਆਂ। ਫਿਰ ਕਹਿੰਦਾ ਕਿਸੇ ਹੋਰ ਨੇ ਵੀ ਦੇਖ ਲਿਆ ਸੀ, ਕਹਿੰਦਾ ਉਹਨੂੰ ਵੀ ਮਾਰ ਦਿਆਂਗਾ। ਇਸ ਤਰ੍ਹਾਂ ਮਨੁੱਖ ਫਿਰ ਪਾਪ ਦੀ ਦੁਨੀਆ ਦੇ ਵਿੱਚ ਲਗਾਤਾਰ ਜਿਹੜਾ ਹੈ ਗਰਸਿਆ ਜਾਂਦਾ ਹੈ। ਤੇ ਪਾਪੀ ਬੰਦਾ, ਉਹਦੀ ਫਿਰ ਬਿਰਤੀ ਪਾਪ ਵਾਲੀ ਬਣ ਜਾਂਦੀ ਹੈ। ਬਾਣੀ ਦੇ ਅੰਦਰ ਮਹਾਰਾਜ ਸਮਝਾਉਂਦੇ ਨੇ, ਪਾਪ ਬੁਰਾ ਪਾਪੀ ਕੋ ਪਿਆਰਾ। ਪਾਪ ਹੈ ਤੇ ਬਹੁਤ ਬੁਰੀ ਚੀਜ਼,
पर पापी नूं पाप प्यारा लगन लग पैंदा है। पाप लद्दे पापे पसारा, ਉਹ ਫਿਰ ਪਾਪ ਦੀ ਦੁਨੀਆ ਦੇ ਵਿੱਚ ਹੀ ਗ੍ਰਸਤ ਹੋ ਜਾਂਦਾ ਹੈ। ਤੇ ਪਾਪੀ ਬੰਦੇ ਦੀ ਫਿਰ ਜਾਣ ਪਛਾਣ ਕਰਾਉਂਦੇ ਨੇ ਕਬੀਰ ਸਾਹਿਬ, ਕਹਿੰਦੇ ਪਾਪੀ ਬੰਦਾ ਫਿਰ ਪਾਪ ਦੀ ਦੁਨੀਆ ਦੇ ਵਿੱਚ ਇੰਨਾ ਜ਼ਿਆਦਾ ਗਰਕ ਹੋ ਜਾਂਦਾ ਹੈ, ਉਹਨੂੰ ਹੋਰ ਕੋਈ ਦੂਜੀ ਗੱਲ ਫਿਰ ਚੰਗੀ ਨਹੀਂ ਲੱਗਦੀ। ਤੇ ਨਿਸ਼ਾਨੀ ਕੀ ਹੈ ਪਾਪੀ ਬੰਦੇ ਦੀ? ਕਬੀਰ ਸਾਹਿਬ ਕਹਿੰਦੇ, ਕਬੀਰ ਪਾਪੀ ਭਗਤ ਨਾ ਭਾਵਈ, ਹਰ ਪੂਜਾ ਨਾ ਸੁਹਾਏ। ਕਹਿੰਦੇ ਪਾਪੀ ਬੰਦੇ ਨੂੰ ਰੱਬ ਦੇ ਘਰ ਦੀ ਗੱਲ ਚੰਗੀ ਨਹੀਂ ਲੱਗੇਗੀ, ਹਰੀ ਦੀ ਪੂਜਾ ਉਹਨੂੰ ਚੰਗੀ ਨਹੀਂ ਲੱਗੇਗੀ। ਬਿਲਕੁਲ ਇਸੇ ਤਰ੍ਹਾਂ ਜਿਵੇਂ ਇੱਕ ਗੰਦਗੀ ਤੇ ਬਹਿਣ ਵਾਲੀ ਮੱਖੀ ਜਿਹੜੀ ਹੈ, ਉਹਨੂੰ ਚੰਦਨ ਨਹੀਂ ਚੰਗਾ ਲੱਗਦਾ, ਉਹ ਗੰਦਗੀ ਤੇ ਬਹਿ ਕੇ ਖੁਸ਼ ਰਹਿੰਦੀ ਹੈ। ਪਾਪੀ ਬੰਦੇ ਦੀ ਹਾਲਤ ਵੀ ਐਸੀ ਹੈ। ਕਬੀਰ ਸਾਹਿਬ ਕਹਿੰਦੇ, ਮਾਖੀ ਚੰਦਨ ਪਰ ਹਰੈ, ਜਹਾਂ ਬਿਗੰਧ ਤਹਾਂ ਜਾਏ। ਮੱਖੀ ਚੰਦਨ ਨੂੰ ਤਜ ਕੇ ਗੰਦਗੀ ਤੇ ਬਹਿ ਕੇ ਖੁਸ਼ ਰਹਿੰਦੀ ਹੈ। ਪਾਪੀ ਬੰਦਾ ਵੀ ਸਤ ਸੰਗਤ ਵਿੱਚ ਆਉਣਾ ਨਹੀਂ ਚਾਹੁੰਦਾ। ਉਹ ਪਾਪ ਕਰਮ ਕਰਨ ਵਾਲੇ, ਦੁਰਾਚਾਰ ਕਰਨ ਵਾਲੇ, ਮਾੜੀ ਸੋਚ ਵਾਲੇ ਲੋਕ ਉਹਨਾਂ ਕੋਲ ਜਾ ਕੇ ਬਹਿੰਦਾ। ਪਾਪ ਕਰੇ ਪੰਚਾਂ ਕੇ ਬਸ ਰੇ, ਪੰਜ ਵਿਕਾਰਾਂ ਦੇ ਅਧੀਨ ਹੋ ਕੇ ਪਾਪ ਕਰਦਾ ਹੈ। ਤੇ ਕਈ ਲੋਕ ਕਿਤੇ ਸਾਲ ਛਮਾਈ ਬਾਅਦ ਕਿਤੇ ਤੀਰਥ ਤੇ ਜਾ ਕੇ ਨਹਾ ਕੇ ਫਿਰ ਕਹਿਣਗੇ ਸਾਰੇ ਪਾਪ ਅਸੀਂ ਲਾਹ ਦਿੱਤੇ ਨੇ। ਹੁਣ ਪਾਪ ਕਰੇ ਪੰਚਾਂ ਕੇ ਬਸਰੇ, ਤੀਰਥ ਨਹਾਏ ਕਹੇ ਸਭ ਉਤਰੇ। ਬੌਰ ਕਮਾਵੇਂ ਹੋਏ ਨਿਸ਼ੰਕ, ਜਮਪੁਰ ਬਾਂਧ ਖਰੇ ਕਲੰਕ। ਕਹਿੰਦੇ ਮੁੜ ਦੁਬਾਰਾ ਨਿਸੰਗ ਹੋ ਕੇ ਹੋਰ ਪਾਪ ਕਰਨੇ ਸ਼ੁਰੂ ਕਰ ਦਿੰਦੇ ਨੇ, ਇਹ ਸੋਚ ਕੇ ਕਿ ਅਸੀਂ ਤੀਰਥ ਤੇ ਨਹਾ ਕੇ ਆ ਗਏ, ਸਾਡੇ ਸਾਰੇ ਪਾਪ ਧੋਤੇ ਗਏ ਨੇ। ਪਰ ਮਹਾਰਾਜ ਕਹਿੰਦੇ ਇਉਂ ਤੀਰਥਾਂ ਤੇ ਨਹਾਤਿਆਂ ਪਾਪ ਨਹੀਂ ਧੁੱਪਦੇ। ਜਿਹੜੇ ਕਰਮ ਕੀਤੇ ਨੇ ਉਹਨਾਂ ਦਾ ਲੇਖਾ ਜੋਖਾ ਤੇ ਹੋਏਗਾ, ਉਹਨਾਂ ਦੀ ਸਜ਼ਾ ਤੇ ਭੁਗਤਣੀ ਪੈਣੀ ਹੈ। ਇਸ ਕਰਕੇ ਮਹਾਰਾਜ ਸੁਚੇਤ ਕਰਦੇ ਨੇ, ਨਰ ਅਚੇਤ ਪਾਪ ਤੇ ਡਰ ਰੇ। ਕਹਿੰਦੇ ਡਰ ਪਾਪ ਤੋਂ ਬਚਿਆ ਰਹਿ, ਕੋਈ ਐਸਾ ਫੁਰਨਾ ਮਨ ਵਿੱਚ ਨਾ ਆਵੇ ਜਿਹਦੇ ਦੁਆਰਾ ਕੋਈ ਐਸਾ ਕਰਮ ਤੂੰ ਕਰੇ ਤੂੰ ਗੁਰੂ ਤੋਂ ਬੇਮੁਖ ਹੋ ਜਾਏ। ਬਚਿਆ ਰਹੋ। ਤੇ ਬੜਾ ਅਹਿਮ ਨੁਕਤਾ ਜਿਹੜਾ ਹੈ ਉਹ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਵਿੱਚ ਦੱਸਿਆ ਕਿ ਪਾਪ ਕਰਮ ਤੋਂ ਬੰਦਾ ਬਚ ਕਿਵੇਂ ਸਕਦਾ ਹੈ। ਸਾਧ ਸੰਗਤ ਜਦੋਂ ਵੀ ਅਸੀਂ ਕੋਈ ਕਰਮ ਕਰਦੇ ਹਾਂ ਨਾ, ਉਸ ਕਰਮ ਕਰਨ ਤੋਂ ਪਹਿਲਾਂ ਸਾਡੇ ਮਨ ਅੰਦਰ ਇੱਕ ਫੁਰਨਾ ਪੈਦਾ ਹੁੰਦਾ ਹੈ, ਇੱਕ ਸੰਕਲਪ ਪੈਦਾ ਹੁੰਦਾ ਹੈ। ਜਦੋਂ ਫੁਰਨਾ ਮਨ ਵਿੱਚ ਪੈਦਾ ਹੋਇਆ ਤੇ ਉਦੋਂ ਬਾਅਦ ਫਿਰ ਅਸੀਂ ਉਹਦੇ ਤੇ ਵਿਚਾਰ ਕਰਨੀ ਸ਼ੁਰੂ ਕਰ ਦਿੰਦੇ ਆ। ਸਾਡੇ ਅੰਦਰੋਂ ਇੱਕ ਆਵਾਜ਼ ਆਉਂਦੀ ਜਿਹਨੂੰ ਅਸੀਂ ਜ਼ਮੀਰ ਦੀ ਆਵਾਜ਼ ਕਹਿੰਦੇ ਆ। ਜ਼ਮੀਰ ਦੀ ਆਵਾਜ਼ ਕਿ ਜਿਹੜਾ ਇਹ ਸੰਕਲਪ ਪੈਦਾ ਹੋਇਆ ਏ, ਜਿਹੜਾ ਫੁਰਨਾ ਪੈਦਾ ਹੋਇਆ ਏ, ਉਹਨੂੰ ਅਮਲੀ ਰੂਪ ਦਿੱਤਾ ਜਾਏ ਜਾਂ ਨਹੀਂ। ਉੱਥੇ ਸਾਡੀ ਵਿਵੇਕ ਬੁੱਧ ਜਿਹੜੀ ਹੈ ਉਹ ਫਿਰ ਕੰਮ ਕਰੇਗੀ ਕਿ ਜਿਹੜਾ ਫੁਰਨਾ ਪੈਦਾ ਹੋਇਆ ਇਹ ਚੰਗਾ ਨਹੀਂ। ਫਰਜ਼ ਕਰੋ ਕਿਸੇ ਦੇ ਮਨ ਵਿੱਚ ਚੋਰੀ ਦਾ ਫੁਰਨਾ ਪੈਦਾ ਹੋ ਗਿਆ, ਤੇ ਜਦੋਂ ਫੁਰਨਾ ਪੈਦਾ ਹੋਇਆ ਉਹ ਫੁਰਨੇ ਨੂੰ ਅਸਲੀ ਰੂਪ ਦਿੱਤਾ ਜਾਏ ਜਾਂ ਨਾ, ਇਹਦੇ ਤੇ ਕੁਝ ਚਿਰ ਅੰਦਰ ਵਿਚਾਰ ਚਲਦੀ ਰਹੇਗੀ। ਜ਼ਮੀਰ ਨੇ ਆਵਾਜ਼ ਦੇਣੀ ਹੈ ਕਿ ਚੋਰੀ ਕਰਨੀ ਠੀਕ ਨਹੀਂ। ਜੇ ਗੁਰੂ ਦੀ ਬਖਸ਼ੀ ਵਿਵੇਕ ਬੁੱਧ ਹੋਈ, ਅੰਦਰੋਂ ਆਵਾਜ਼ ਆਏਗੀ ਕੰਮ ਠੀਕ ਨਹੀਂ ਹੈ ਚੋਰੀ ਕਰਨੀ। ਪਰ ਸਾਧ ਸੰਗਤ ਕਈ ਵਾਰ ਮਨੁੱਖ ਜ਼ਮੀਰ ਦੀ ਆਵਾਜ਼ ਨੂੰ ਅਣਸੁਣਿਆ ਕਰਕੇ ਤੇ ਉਹ ਕਰਮ ਕਰਨ ਤੁਰ ਪੈਂਦਾ ਹੈ, ਚੋਰੀ ਕਰ ਲੈਂਦਾ ਹੈ, ਪਾਪ ਕਰਮ ਹੋ ਗਿਆ, ਫੜਿਆ ਗਿਆ, ਸਜ਼ਾ ਭੁਗਤਦਾ, ਦੁਖੀ ਹੁੰਦਾ। ਇਸ ਕਰਕੇ ਸਤਿਗੁਰੂ ਨੇ ਨੁਕਤਾ ਬੜਾ ਪਿਆਰਾ ਦਿੱਤਾ, ਕਹਿਣ ਲੱਗੇ ਇੱਕ ਚੀਜ਼ ਦਾ ਧਿਆਨ ਰੱਖਿਓ, ਨਹ ਬਿਲੰਬ ਧਰਮੰ ਬਿਲੰਬ ਪਾਪੰ। ਕਹਿੰਦੇ ਨੁਕਤਾ ਜ਼ਿੰਦਗੀ ਵਿੱਚ ਕੰਮ ਆਉਣ ਵਾਲਾ ਹੈ।
ਧਰਮ ਦਾ ਕਰਮ ਕਰਨਾ ਤੇ ਕਦੇ ਦੇਰੀ ਨਾ ਕਰੋ। ਜੇ ਦੇਰੀ ਕਰਨੀ ਤਾਂ ਪਾਪ ਕਰਮ ਕਰਨ ਲੱਗਿਆਂ ਕਰਨੀ ਚਾਹੀਦੀ ਹੈ। ਵਿਲੰਬ ਕਹਿੰਦੇ ਦੇਰੀ ਨੂੰ। ਸ਼ਲੋਕ ਸੰਸਕ੍ਰਿਤੀ ਦੇ ਅੰਦਰ ਹਜੂਰ ਦਾ ਇਹ ਨੁਕਤਾ ਸਾਡੀ ਜ਼ਿੰਦਗੀ ਨੂੰ ਸਵਾਰਨ ਵਾਲਾ ਹੈ। ਨਹ ਵਿਲੰਬ ਧਰਮੰ ਵਿਲੰਬ ਪਾਪੰ ਦ੍ਰਿੜੰਤ ਨਾਮ ਤਜੰਤ ਲੋਭੰ ਸ਼ਰਨ ਸੰਤੰ ਕਿਲ ਵਿਖ ਨਾਸੰ ਪ੍ਰਾਪਤ ਧਰਮ ਲਖਿਆ। ਨਾਨਕ ਜੇ ਸੋ ਪ੍ਰਸੰਨ ਮਾਧਵਾ। ਕਹਿੰਦੇ ਜਿਹਦੇ ਤੇ ਗੁਰੂ ਮਿਹਰਬਾਨ ਹੋ ਜਾਏ, ਪਰਮੇਸ਼ਰ ਕਿਰਪਾ ਕਰ ਦੇਵੇ, ਉਹਨੂੰ ਐਸੀ ਸਮਤ ਮਿਲ ਜਾਂਦੀ ਹੈ। ਉਹ ਮਨੁੱਖ ਜਿਹੜਾ ਪਾਪ ਤੋਂ ਬਚ ਸਕਦਾ ਹੈ। ਪਾਪ ਕਰਮ ਕਰਨ ਲੱਗਿਆਂ ਦੇਰੀ ਕਰੋ, ਧਰਮ ਦਾ ਕਰਮ ਕਰਨ ਲੱਗਿਆਂ ਕਦੇ ਦੇਰੀ ਨਾ ਕਰੋ। ਪਰ ਸਾਡੀ ਹਾਲਤ ਉਲਟ ਹੈ। ਅਸੀਂ ਕੋਈ ਚੰਗਾ ਕੰਮ ਕਰਨਾ ਹੋਵੇ ਤੇ ਦੇਰੀ ਕਰ ਦਿਆਂਗੇ, 100 ਵਾਰ ਸੋਚਾਂਗੇ, ਪਰ ਪਾਪ ਕਰਮ ਕਰਨ ਲੱਗਿਆਂ ਕਦੇ ਵੀ ਨਹੀਂ ਸੋਚਿਆ। ਜਦੋਂ ਮਾੜਾ ਕੰਮ ਕਰਨਾ ਬੰਦਾ ਸ਼ੇਰ ਬਣ ਜਾਂਦਾ। ਬਾਣੀ ਵਿੱਚ ਵੀ ਮਹਾਰਾਜ ਸਮਝਾਉਂਦੇ ਨੇ, ਕਹਿੰਦੇ ਬੁਰੇ ਕਾਮ ਕੋ ਊਠ ਖਲੋਇਆ, ਸ਼ੇਰ ਬਣ ਜਾਂਦਾ। ਨਾਮ ਕੀ ਬੇਲਾ ਪੈ ਪੈ ਸੋਇਆ। ਬੰਦਗੀ ਦਾ ਸਮਾਂ ਸੀ, ਸੇਵਾ ਦਾ ਸਿਮਰਨ ਦਾ ਸਮਾਂ ਸੀ, ਸੁੱਤਾ ਰਿਹਾ, ਜਾਗਿਆ ਹੀ ਨਹੀਂ। ਪਰ ਮਾੜਾ ਕੰਮ ਕਰਨ ਲੱਗਿਆ ਸ਼ੇਰ ਬਣ ਗਿਆ। ਮਹਾਰਾਜ ਸਮਝਾਉਂਦੇ ਨੇ, ਕਹਿੰਦੇ ਦੇਰੀ ਕਰੋ ਪਾਪ ਕਰਮ ਕਰਨ ਲੱਗਿਆ, ਪਰ ਧਰਮ ਦਾ ਕਰਮ ਕਰਨ ਲੱਗਿਆ ਕਦੇ ਦੇਰੀ ਨਾ ਕਰੋ। ਹੁਣ ਪਾਪ ਕਰ ਕਰਕੇ ਮਨੁੱਖ ਦੀ ਹਾਲਤ ਕੈਸੀ ਬਣ ਚੁੱਕੀ ਹੈ। ਕਾਇਆ ਆਰਣ ਮਨ ਵਿੱਚ ਲੋਹਾ ਪੰਚ ਅਗਨ ਤਿਤ ਲਾਗ ਰਹੀ। ਕੋਇਲੇ ਪਾਪ ਪੜੇ ਤਿਸ ਉਪਰ ਮਨ ਜਲਿਆ ਸੰਨੀ ਚਿੰਤ ਭਈ। ਕਹਿੰਦੇ ਸਰੀਰ ਇੱਕ ਭੱਠੀ ਬਣੀ ਹੋਈ ਹੈ। ਸਰੀਰ ਭੱਠੀ ਹੈ ਤੇ ਮਨ ਜਿਹੜਾ ਉਸ ਭੱਠੀ ਦੇ ਵਿੱਚ ਲੋਹਾ, ਜਿਵੇਂ ਲੋਹੇ ਨੂੰ ਭੱਠੀ ਵਿੱਚ ਗਰਮ ਕੀਤਾ ਜਾਂਦਾ। ਕਾਇਆ ਆਰਣ ਮਨ ਵਿੱਚ ਲੋਹਾ ਪੰਚ ਅਗਨ ਤਿਤ ਲਾਗ ਰਹੀ। ਕਹਿੰਦੇ 5 ਵਿਕਾਰਾਂ ਦੀ ਅੱਗ ਲੱਗੀ ਹੋਈ ਹੈ। ਕੋਇਲੇ ਪਾਪ ਪੜੇ ਤਿਸ ਉਪਰ ਮਨ ਜਲਿਆ ਸੰਨੀ ਚਿੰਤ ਭਈ। ਕਹਿੰਦੇ 5 ਵਿਕਾਰਾਂ ਦੀ ਅੱਗ ਲੱਗੀ ਏ ਤੇ ਤੋਂ ਬੰਦਾ ਪਾਪ ਕਰਮ ਕਰ ਕਰਕੇ ਹੋਰ ਕੋਲੇ ਜਿਹੜੇ ਨੇ ਭੱਠੀ ਵਿੱਚ ਪਾਈ ਜਾਂਦਾ ਹੈ। ਤੇ ਕੋਲੇ ਪਾਈ ਜਾਵਾਂਗੇ ਭੱਠੀ ਵਿੱਚ ਤੇ ਅੱਗ ਹੋਰ ਤੇਜ਼ ਹੋਈ ਜਾਣੀ ਹੈ। ਕਹਿੰਦੇ ਮਨ ਜਿਹੜਾ ਹੈ ਨਾ ਫਿਰ ਸੜ ਚੁੱਕਾ ਬੰਦੇ ਦਾ। ਬਹੁਤ ਬੰਦਾ ਦੁਖੀ ਹੈ। ਪਰ ਸਾਹਿਬ ਜੀ ਫਿਰ ਧਰਵਾਸ ਦਿੰਦੇ ਨੇ, ਕਹਿੰਦੇ ਭਇਆ ਮਨੂਰ ਕੰਚਨ ਫਿਰ ਹੋਵੇ, ਸਤਿਗੁਰ ਮਿਲੇ ਤਨੇਹਾ। ਏਕ ਨਾਮ ਅੰਮ੍ਰਿਤ ਉਹ ਦੇਵੇ ਤੋ ਨਾਨਕ ਤ੍ਰਿਸ਼ਟ ਸਦੇਹਾ। ਕਹਿੰਦੇ ਜੇ ਸਾਡਾ ਮਨ ਸੜ ਚੁੱਕਾ ਹੈ ਵਿਕਾਰਾਂ ਦੀ ਅੱਗ ਦੇ ਵਿੱਚ, ਪਾਪ ਰੂਪੀ ਕੋਲਿਆਂ ਦੇ ਵਿੱਚ, ਕਹਿੰਦੇ ਫਿਰ ਵੀ ਘਬਰਾਉਣ ਦੀ ਲੋੜ ਨਹੀਂ। ਗੁਰੂ ਦੇ ਚਰਨਾਂ ਵਿੱਚ ਆਈਏ ਤੇ ਗੁਰੂ ਕਿਰਪਾ ਕਰਦਾ। ਗੁਰ ਅੰਮ੍ਰਿਤ ਭਿੰਨੀ ਦੇਹੁਰੀ, ਅੰਮ੍ਰਿਤ ਬੁਰਕੇ RAM ਰਾਜੇ। ਗੁਰੂ ਦੀ ਦੇਹ ਅੰਮ੍ਰਿਤ ਦੀ ਭਿੱਜੀ ਹੋਈ ਹੈ। ਜਿਹੜਾ ਗੁਰੂ ਦੀ ਸ਼ਰਨ ਵਿੱਚ ਆ ਗਿਆ ਮਹਾਰਾਜ, ਉਹਦੇ ਤੇ ਅੰਮ੍ਰਿਤ ਨਾਮ ਦੀ ਵਰਖਾ ਕਰ ਦਿੰਦੇ ਨੇ। ਉਹਦੇ ਅੰਦਰ ਲੱਗੀ ਵਿਕਾਰਾਂ ਦੀ ਅੱਗ ਬੁਝ ਜਾਂਦੀ ਹੈ। ਉਹਦੇ ਪਾਪ ਰੂਪੀ ਕੋਲੇ ਜਿਹੜੇ ਨੇ ਉਹ ਸ਼ਾਂਤ ਹੋ ਜਾਂਦੇ ਨੇ ਤੇ ਇਹ ਦੇਹੀ ਕੰਚਨ ਵਰਗੀ ਬਣ ਜਾਂਦੀ ਹੈ। ਇਹ ਕਿਰਪਾ ਗੁਰੂ ਦੇ ਚਰਨਾਂ ਵਿੱਚ ਆ ਕੇ ਹੁੰਦੀ ਹੈ। ਇੱਥੇ ਵੀ ਮਹਾਰਾਜ ਸਮਝਾਉਂਦੇ ਨੇ, ਨਾਰਿਆ ਚੇਤ ਪਾਪ ਤੇ ਡਰ ਰੇ। ਹੇ ਗਾਫਲ ਮਨੁੱਖ, ਐਸਾ ਕੋਈ ਕੰਮ ਨਾ ਕਰੀ ਜਿਹਦੇ ਨਾਲ ਤੈਨੂੰ ਸ਼ਰਮਿੰਦਾ ਹੋਣਾ ਪਵੇ ਗੁਰੂ ਦੇ ਅੱਗੇ ਆ ਕੇ। ਕਿਆ ਮੂੰਹ ਲੈ ਕੀਚੇ ਅਰਦਾਸ, ਪਾਪ ਪੁੰਨ ਦੋਇ ਸਾਖੀ ਪਾਸ। ਮਹਾਰਾਜ ਕਹਿੰਦੇ ਅਸੀਂ ਕਿਹੜਾ ਮੂੰਹ ਲੈ ਕੇ ਅਰਦਾਸ ਕਰਾਂਗੇ, ਕਿਉਂਕਿ ਸਾਡੇ ਦੁਆਰਾ ਕੀਤੇ ਮਾੜੇ ਕੰਮ ਤੇ ਚੰਗੇ ਕੰਮ ਦੋਵੇਂ ਗਵਾਹ ਬਣ ਕੇ ਨਾਲ ਖੜੇ ਹੋਏ ਨੇ। ਚੰਗਿਆਈਆਂ ਬੁਰਾਈਆਂ, ਵਾਚੈ ਧਰਮ ਹਦੂਰ, ਇਹ ਦੋਵੇਂ ਸਾਡੇ ਨਾਲ ਹੀ ਨੇ। ਮਹਾਰਾਜ ਕਹਿੰਦੇ ਪੁੰਨੀ ਪਾਪੀ ਆਖਣ ਨਾਹੇ, ਕਰ ਕਰ ਕਰਨਾ ਲਿਖ ਲੈ ਜਾਹੋ, ਆਪੇ ਬੀਜ ਆਪੇ ਹੀ ਖਾਹੋ, ਨਾਨਕ ਹੁਕਮੀ ਆਓ ਜਾਓ। ਪਾਪ ਤੇ ਪੁੰਨ ਕੱਲਾ ਕਹਿਣ ਮਾਤਰ ਨਹੀਂ, ਜਿਵੇਂ ਜਿਵੇਂ ਕਰਮ ਅਸੀਂ ਕਰ ਰਹੇ ਹਾਂ ਉਹਦਾ ਫਲ ਤੇ ਭੁਗਤਣਾ ਪਵੇਗਾ। ਜਿੰਨੀ ਕਮੀ ਨਾਹੇ ਗੁਣ ਤੇ ਕੰਮੜੇ ਵਿਸਾਰ, ਮਤ ਸ਼ਰਮਿੰਦਾ ਥੀਵੀਂ ਸਾਈਂ ਦੇ ਦਰਬਾਰ।
ਕਹਿੰਦੇ ਐਸਾ ਕੰਮ ਨਾ ਕਰੀ ਜਿਹਦੇ ਨਾਲ ਸ਼ਰਮਿੰਦਾ ਹੋਣਾ ਪਵੇ। ਦੀਨ ਦਿਆਲ ਸਗਲ ਪੈ ਭੰਜਨ, ਦੀਨਾਂ ਤੇ ਦਇਆ ਕਰਨ ਵਾਲੇ, ਸਾਰੇ ਡਰਾਂ ਨੂੰ ਦੂਰ ਕਰਨ ਵਾਲੇ ਵਾਹਿਗੁਰੂ ਪਰਮੇਸ਼ਰ ਜੀ। ਸ਼ਰਨ ਤਾਹੇ ਤੁਮ ਪਰ ਰੇ, ਕਹਿੰਦੇ ਵਾਹਿਗੁਰੂ ਦੀ ਸ਼ਰਨ ਪਿਆ ਰਹੋ, ਉਹਨੂੰ ਸਿਮਰਦਾ ਰਹੋ। ਇੱਕੋ ਹੀ ਵਸੀਲਾ ਬਸ ਪਾਪ ਤੋਂ ਬਚਣ ਦੇ ਲਈ, ਉਹਦੇ ਸਿਮਰਨ ਵਿੱਚ ਜੁੜੇ ਰਹੀਏ, ਉਹਦੀ ਸ਼ਰਨ ਵਿੱਚ ਪੈ ਜਾਈਏ ਤੇ ਪਾਪ ਤੋਂ ਅਸੀਂ ਬਚ ਸਕਦੇ ਹਾਂ। ਵੇਦ ਪੁਰਾਣ ਜਾਸ ਗੁਣ ਗਾਵਤ, ਤਾਕੋ ਨਾਮ ਹੀਏ ਮੋ ਧਰ ਰੇ। ਉਹ ਵਾਹਿਗੁਰੂ ਪਰਮੇਸ਼ਰ ਜਿਹਦਾ ਜਸ ਸਾਰੀ ਦੁਨੀਆ ਹੀ ਕਰ ਰਹੀ ਹੈ। ਵੇਦ ਪੁਰਾਣ ਧਰਮ ਗ੍ਰੰਥ ਜੀ ਦਾ ਜਸ ਕਰਦੇ ਨੇ। ਮਹਾਰਾਜ ਕਹਿੰਦੇ ਉਹਦਾ ਨਾਮ ਤੂੰ ਵੀ ਹਿਰਦੇ ਵਿੱਚ ਟਿਕਾ ਕੇ ਰੱਖ, ਉਹਦਾ ਨਾਮ ਹਿਰਦੇ ਵਿੱਚ ਵਸਾ ਕੇ ਰੱਖ, ਤਾਂ ਹੀ ਤੂੰ ਪਾਪ ਕਰਮਾਂ ਤੋਂ ਬਚ ਸਕਦਾ ਹੈ। ਪਾਵਨ ਨਾਮ ਜਗਤ ਮੈਂ ਹਰ ਕੋ, ਸਿਮਰ ਸਿਮਰ ਕਸਮਲ ਸਭ ਹਰ ਰੇ। ਕਸਮਲ ਵੀ ਕਹਿੰਦੇ ਨੇ ਪਾਪ ਨੂੰ। ਕਹਿੰਦੇ ਇਸ ਜਗਤ ਦੇ ਅੰਦਰ ਹੋਰ ਕੋਈ ਚੀਜ਼ ਨਹੀਂ ਜਿਹਦੇ ਸਦਕਾ ਤੂੰ ਪਾਪ ਕਰਮ ਤੋਂ ਬਚ ਸਕੇ। ਕੇਵਲ ਵਾਹਿਗੁਰੂ ਪਰਮੇਸ਼ਰ ਦਾ ਨਾਮ ਸਿਮਰਦਿਆਂ ਹੀ ਤੂੰ ਪਾਪ ਤੋਂ ਬਚ ਸਕਦਾ ਹੈ। ਇਸ ਕਰਕੇ ਗੁਰੂ ਸਾਹਿਬ ਜੀ ਇਹ ਅਸੀਸ ਵੀ ਬਖਸ਼ਿਸ਼ ਕਰਦੇ ਨੇ, ਜਿਸ ਸਿਮਰਤ ਸਭ ਕਿਲ ਵਿਖ ਨਾਸੈ, ਪਿਤਰੀ ਹੋਏ ਉਧਾਰੋ, ਸੋ ਹਰ ਹਰ ਤੁਮ ਸਦ ਹੀ ਜਾਪੋ, ਜਾ ਕਾ ਅੰਤ ਨ ਪਾਰੋ। ਪੂਤਾ ਮਾਤਾ ਕੀ ਅਸੀਸ, ਨਿਮਖ ਨ ਬਿਸਰੋ ਤੁਮ ਕੋ ਹਰ ਹਰ, ਸਦਾ ਭਜੋ ਜਗਦੀਸ਼। ਨਿਮਖ ਮਾਤਰ ਵੀ ਉਸ ਪਰਮੇਸ਼ਰ ਨੂੰ ਨਾਮ ਸਾਰੀਏ, ਜਿਹਦੇ ਸਿਮਰਨ ਕੀਤਿਆਂ ਕਿਲ ਵਿਖ ਪਾਪ ਜਿਹੜੇ ਕੱਟੇ ਜਾਂਦੇ ਨੇ। ਤੇ ਮਹਾਰਾਜ ਕਹਿੰਦੇ ਨੇ, ਕੌਣ ਕੋ ਕਲੰਕ ਰਹਿਓ ਰਾਮ ਨਾਮ ਲੇਤ ਹੀ, ਪਤਤ ਪਵਿੱਤ ਭਏ ਰਾਮ ਕਹਿਤ ਹੀ। ਪਰਮੇਸ਼ਰ ਦਾ ਨਾਮ ਪਤਤਾਂ ਨੂੰ ਪਾਵਨ ਕਰਨ ਵਾਲਾ ਹੈ। ਤੇ ਭਾਈ ਗੁਰਦਾਸ ਜੀ ਬੜੀ ਪਿਆਰੀ ਗਾਥਾ ਸਾਡੇ ਸਾਹਮਣੇ ਰੱਖਦੇ ਨੇ ਗਣਕਾ ਦੀ। ਕਹਿੰਦੇ ਵੇਖੋ, ਗਣਕਾ ਜਿਹੜੀ ਹੈ ਨਾ, ਉਹ ਪਾਪਣ ਹੋ ਗਈ ਸੀ, ਪਾਪ ਵਿਚਾਰੀ ਜੀਵਨ ਸੀ ਉਹਦਾ। ਗਣਕਾ ਪਾਪਣ ਹੋਏ ਕਿ ਪਾਪਾਂ ਦਾ ਗਲ ਹਾਰ ਪਰੋਤਾ। ਕਹਿੰਦੇ ਇਹਨੇ ਪਾਪ ਗਿਣੇ ਨਹੀਂ ਜਾ ਸਕਦੇ। ਮਹਾਂਪੁਰਖ ਅਚਾਨਚੱਕ ਗਣਕਾ ਵਾੜੇ ਆਏ ਖਲੋਤਾ। ਕਹਿੰਦੇ ਕੋ ਮਹਾਂਪੁਰਖ ਉਹਦੇ ਘਰ ਆ ਗਿਆ, ਦੁਰਮਤ ਦੇਖ ਦਿਆਲ ਹੋਏ, ਹੱਥੋਂ ਉਸ ਨੂੰ ਦਿੱਤੋਂ ਨੂੰ ਤੋਤਾ। ਕਹਿੰਦੇ ਮਹਾਂਪੁਰਖ ਆ ਕੇ ਗਣਕਾ ਦੇ ਘਰੇ ਆਇਆ ਤੇ ਕਹਿਣ ਲੱਗਾ, ਪੁੱਤਰ ਮੈਂ ਕੰਮਕਾਰ ਵਿੱਚ ਬਿਜੀ ਰਹਿੰਦਾ ਹਾਂ, ਆ ਤੋਤਾ ਤੂੰ ਰੱਖ ਲੈ, ਇਹਨੂੰ ਰਾਮ ਨਾਮ ਪੜਾਉਣਾ ਹੈ। ਹੁਣ ਤੋਤੇ ਦੇ ਕੋਲ ਨਾ ਜਿਵੇਂ ਜਿਵੇਂ ਬੋਲੀਏ ਉਵੇਂ ਉਵੇਂ ਬੋਲਣਾ ਸਿੱਖ ਲੈਂਦਾ। ਕਹਿੰਦੇ ਇਹਨੂੰ ਰਾਮ ਨਾਮ ਪੜਾਉਣਾ ਤੂੰ। ਉਹ ਕਹਿੰਦੀ ਠੀਕ ਹੈ। ਹੁਣ ਉਹ ਤੋਤੇ ਨੂੰ ਲੈ ਲਿਆ ਤੇ ਮਹਾਂਪੁਰਖ ਕਹਿੰਦਾ ਮੈਂ ਥੋੜੇ ਦਿਨਾਂ ਬਾਅਦ ਆਵਾਂਗਾ, ਉਦੋਂ ਤੱਕ ਇਹਨੂੰ ਰਾਮ ਨਾਮ ਤੂੰ ਪੱਕਾ ਕੰਠ ਕਰਾ ਦੇਈਂ। ਤੇ ਲਿਵ ਲੱਗੀ ਤਿਸ ਤੋਤਿਓ। ਹੁਣ ਤੋਤੇ ਤੋਂ ਉਹਨੂੰ ਵੀ ਲਿਵ ਲੱਗੀ, ਰਾਮ ਨਾਮ ਦੀ ਬੰਦਗੀ ਵਿੱਚ ਜੁੜ ਕੇ ਗਣਕਾ ਦਾ ਉਧਾਰ ਹੋਇਆ। ਅਜਾਮਲ ਪਾਪੀ ਤਰ ਗਿਆ। ਹਜੂਰ ਸਮਝਾਉਂਦੇ ਨੇ, ਕਹਿੰਦੇ ਕੌਣ ਕੋ ਕਲੰਕ ਰਿਓ ਰਾਮ ਨਾਮ ਲੇਤ ਹੀ। ਦੱਸੋ ਕਿਹੜਾ ਬੰਦਾ ਅਜੇ ਤੱਕ ਸੰਸਾਰ ਦੇ ਅੰਦਰ ਜਿਹਨੇ ਬੰਦਗੀ ਵਿੱਚ ਜੁੜ ਕੇ ਆਪਾਂ ਨਹੀਂ ਸਵਾਰਿਆ। ਪਰਮੇਸ਼ਰ ਦਾ ਨਾਮ ਪਤਤਾਂ ਨੂੰ ਪਾਵਨ ਕਰਨ ਵਾਲਾ ਹੈ। ਪਾਵਨ ਨਾਮ ਜਗਤ ਮੈਂ ਹਰ ਕੋ, ਸਿਮਰ ਸਿਮਰ ਕਸਮਲ ਸਭ ਹਰ ਰੇ। ਕਸਮਲ ਕਹਿੰਦੇ ਨੇ ਪਾਪ ਨੂੰ। ਕਹਿੰਦੇ ਤੂੰ ਵਾਹਿਗੁਰੂ ਨੂੰ ਚੇਤੇ ਕਰ ਕਰਕੇ ਆਪਣੇ ਸਾਰੇ ਪਾਪ ਮੁਕਾ ਲੈ, ਕੱਟ ਲੈ। ਕਿਉਂਕਿ ਜਿਉਂ-ਜਿਉਂ ਵਾਹਿਗੁਰੂ ਨੂੰ ਸਿਮਰਾਂਗੇ ਤਿਉਂ-ਤਿਉਂ ਪਾਪ ਕਰਮਾਂ ਤੋਂ ਬਚੇ ਰਹਾਂਗੇ। ਤੇ ਮਹਾਰਾਜ ਇਸ ਸ਼ਬਦ ਦੇ ਆਖਰੀ ਬੰਦ ਵਿੱਚ ਸਮਝਾਉਂਦੇ ਨੇ,
ਮਾਨਸ ਦੇ ਬਹੁ ਪਾਵੈ। ਕਹਿੰਦੇ ਮਨੁੱਖਾ ਦੇ ਜਿਹਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ 84 ਲੱਖ ਜੂਨਾਂ ਦਾ ਸਰਦਾਰ ਮੰਨਿਆ ਤੇ ਸਭ ਤੋਂ ਉੱਤਮ ਮੰਨਿਆ ਹੈ। ਕਹਿੰਦੇ ਇਹ ਗਾਫਲ ਮਨੁੱਖ ਕਿਤੇ ਇਸ ਭੁਲੇਖੇ ਵਿੱਚ ਨਾ ਰਹਿ ਜਾਈਂ ਵੀ ਕੋਈ ਫਰਕ ਨਹੀਂ ਜੀ, ਖਾਓ ਪੀਓ ਐਸ਼ ਕਰੋ, ਇਹ ਜ਼ਿੰਦਗੀ ਜਿਹੜੀ ਹੈ ਆਨੰਦ ਨਾਲ ਬਿਤਾਓ, ਫਿਰ ਵੇਖੀ ਜਾਏਗੀ ਆਪੇ ਆਉਣ ਵਾਲੇ ਸਮੇਂ ਵਿੱਚ। ਕਹਿੰਦੇ ਨਹੀਂ ਨਹੀਂ ਨਹੀਂ, ਇਹ ਭੁਲੇਖਾ ਮਨ ਵਿੱਚੋਂ ਕੱਢ ਦਿਓ। ਕਿਤੇ ਪਾਪ ਕਰਮਾਂ ਵਿੱਚ ਲੱਗ ਕੇ ਗਫਲਤ ਦੀ ਨੀਂਦ ਵਿੱਚ ਸੁੱਤਿਆਂ ਮੰਦੇ ਕਰਮ ਕਰਦਿਆਂ ਕਰਦਿਆਂ ਕਿਤੇ ਸਮਾਂ ਅਜਾਈ ਨਾ ਗਵਾ ਬੈਠੇ, ਕਿਉਂਕਿ ਇਹ ਦੇਹ ਮੁੜ ਕੇ ਦੁਬਾਰਾ ਨਹੀਂ ਮਿਲਣੀ। ਮਾਨਸ ਦੇ ਬਹੁ ਨਹ ਪਾਵੈ, ਕਛੂ ਉਪਾਉ ਮੁਕਤ ਕਾ ਕਰ ਰੇ। ਕਹਿੰਦੇ ਤੂੰ ਕੋਈ ਐਸਾ ਉਪਾਅ ਕਰ ਤੂੰ ਜੀਵਨ ਮੁਕਤ ਹੋ ਜਾਏ, ਮੁੜ ਮੁੜ ਕੇ ਜਨਮ ਮਰਨ ਦੇ ਗੇੜ ਵਿੱਚ ਨਾ ਪਵੇਂ, ਪ੍ਰਭੂ ਚਰਨਾਂ ਵਿੱਚ ਤੇਰੀ ਬਣ ਆਵੇ। ਇਹੋ ਜਿਹਾ ਉਪਾਅ, ਇਹੋ ਜਿਹਾ ਯਤਨ ਕਰਨਾ ਚਾਹੀਦਾ ਹੈ। ਉਹ ਯਤਨ ਕੀ ਹੈ, ਉਪਾਅ ਕਿਹੜਾ ਹੈ? ਮਹਾਰਾਜ ਆਖਰ ਵਿੱਚ ਸਮਝਾਉਂਦੇ ਨੇ, ਨਾਨਕ ਕਹਿਤ। ਗੁਰੂ ਨਾਨਕ ਸਾਹਿਬ 9ਵੇਂ ਸਰੂਪ ਦੇ ਅੰਦਰ ਬੇਨਤੀ ਕਰ ਰਹੇ ਨੇ, ਕਹਿ ਰਹੇ ਨੇ, ਗਾਏ ਕਰੁਣਾ ਮੈਂ, ਕਰੁਣਾਮਈ, ਦਇਆ ਦਾ ਘਰ, ਦਿਆਲੂ ਕਿਰਪਾਲੂ। ਕਹਿੰਦੇ ਦਇਆ ਦਾ ਘਰ ਵਾਹਿਗੁਰੂ ਪਰਮੇਸ਼ਰ, ਜਿਹੜਾ ਸਾਰਿਆਂ ਤੇ ਦਇਆ ਕਰਦਾ, ਸਾਰਿਆਂ ਤੇ ਕਿਰਪਾ ਕਰਨ ਵਾਲਾ, ਉਹਨੂੰ ਸਦਾ ਹੀ ਸਿਮਰਦਾ ਰਹੋ। ਨਾਨਕ ਕਹਿਤ ਗਾਏ ਕਰੁਣਾ ਮੈਂ, ਭਵ ਸਾਗਰ ਕੈ ਪਾਰ ਉਤਰ ਰੇ। ਕਰੁਣਾ ਦੇ ਘਰ ਦਿਆਲੂ ਪ੍ਰਭੂ ਨੂੰ ਗਾਉਂਦਿਆਂ ਹੋਇਆਂ ਉਹਦੀ ਬੰਦਗੀ ਵਿੱਚ ਜੁੜ ਕੇ ਹੀ ਭਵਜਲ ਸਾਗਰ ਤੋਂ ਤੂੰ ਪਾਰ ਹੋ ਸਕਦਾ ਹੈ। ਤੇ ਜੇ ਵਾਹਿਗੁਰੂ ਪਰਮੇਸ਼ਰ ਨੂੰ ਵਿਸਾਰ ਦਿੱਤਾ ਤਾਂ ਫਿਰ ਕੀ ਹੋਏਗਾ? ਮਨ ਏਕ ਨ ਚੇਤਸ ਮੂੜ ਮਨਾ, ਹਰ ਬਿਸਰਤ ਤੇਰੇ ਗੁਣ ਗਲਿਆ। ਪਰਮੇਸ਼ਰ ਨੂੰ ਵਿਸਾਰ ਕੇ ਤੇਰੇ ਸ਼ੁਭ ਗੁਣ ਜਿਹੜੇ ਨੇ ਗਲ ਜਾਣਗੇ, ਪਾਪਾਂ ਦਾ ਭਾਗੀ ਬਣੇਗਾ। ਇਸ ਸੰਸਾਰ ਵਿੱਚ ਵੀ ਸ਼ੋਭਾ ਨਹੀਂ ਮਿਲਣੀ ਤੇ ਨਿਰੰਕਾਰ ਦੇ ਘਰ ਵੀ ਸ਼ਰਮਿੰਦਗੀ ਨਾਲ ਮੂੰਹ ਨੀਵਾਂ ਕਰਕੇ ਖੜਾ ਹੋਣਾ ਪਵੇਗਾ। ਜਿੰਨੀ ਕਮੀ ਨਾਹੇ ਗੁਣ ਤੇ ਕੰਬੜੇ ਵਿਸਾਰ, ਮਤ ਸ਼ਰਮਿੰਦਾ ਥੀਵੀਂ ਸਾਈਂ ਦੇ ਦਰਬਾਰ। ਸਤਿਗੁਰੂ ਰਹਿਮਤ ਕਰਨ, ਪਵਿੱਤਰ ਬਾਣੀ ਦੇ ਸ਼ਬਦ ਨੂੰ ਵਿਚਾਰਦਿਆਂ ਜੋ ਜੋ ਜੀਵਨ ਜਾਚ ਪ੍ਰਾਪਤ ਹੋਈ, ਸਤਿਗੁਰ ਕਿਰਪਾ ਕਰਨ ਸਾਡੇ ਜੀਵਨ ਵਿੱਚ ਵਸ ਜਾਏ। ਅਸੀਂ ਸਾਰੇ ਹੀ ਗੁਰੂ ਤੋਂ ਵਿਵੇਕ ਬੁੱਧ ਲੈ ਕੇ ਪਾਪ ਕਰਮਾਂ ਤੋਂ ਬਚੀਏ, ਨਿਰਮਲ ਕਰਮ ਕਰੀਏ। ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਐਸੇ ਕਰਮ ਕਰੀਏ ਜਿਨ੍ਹਾਂ ਨੂੰ ਕਰਨ ਦੇ ਨਾਲ ਸਾਨੂੰ ਸ਼ਰਮਿੰਦਾ ਨਾ ਹੋਣਾ ਪਵੇ, ਸਾਨੂੰ ਮਹਿਮਾਨ ਮਹਿਸੂਸ ਹੋਵੇ ਤੇ ਗੁਰੂ ਦੇ ਘਰ ਵੀ ਫਿਰ ਆਦਰ ਮਿਲੇਗਾ। ਰੇ ਰੇ ਦਰਗਾ ਕਹੇ ਨਾ ਕੋ, ਆਓ ਬੈਠ ਆਦਰ ਸ਼ੁਭ ਦੇਉ। ਸਤਿਗੁਰੂ ਰਹਿਮਤ ਕਰਨ, ਆਪਣੇ ਚਰਨਾਂ ਦੀ ਪ੍ਰੀਤ, ਦਰ ਘਰ ਦੀ ਸੇਵਾ, ਬਾਣੀ ਤੇ ਬਾਣੀ ਦੇ ਸਤਿਕਾਰ ਪਿਆਰ ਸਤਿਗੁਰੂ ਸਾਰਿਆਂ ਨੂੰ ਬਖਸ਼ਿਸ਼ ਕਰਨ। ਬਾਣੀ ਦੀ ਵਿਚਾਰ ਕਰਦੇ ਆ, ਬੋਲਦਿਆਂ ਇੱਕ ਨਹੀਂ ਅਨੇਕ ਭੁੱਲਾਂ ਹੋ ਗਈਆਂ ਹੋਣਗੀਆਂ। ਸਤਿਗੁਰੂ ਅਤੇ ਸਿਮਰਤ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।